देखो मैं ਜਿਹੜਾ ਕੱਲ ਇਹਨਾਂ ਨੇ ਕਾਰਵਾਈ ਕੀਤੀ ਆ ਉਹ ਕਾਬਿਲੇ ਤਾਰੀਫ ਹੈ। ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਿਹਾ ਸੀ, ਤੁਸੀਂ ਸਾਰੇ ਗਵਾਹ ਬੈਠੇ ਹੋ ਕਿ ਜਿਹੜਾ ਕੰਮ ਚੰਗਾ ਕਰੇਗੀ ਭਗਵੰਤ ਮਾਨ ਸਰਕਾਰ ਉਹਨੂੰ ਅਸੀਂ ਮੁਬਾਰਕਬਾਦ ਵੀ ਦਿਆਂਗੇ, ਉਹਦਾ ਸਵਾਗਤ ਵੀ ਕਰਾਂਗੇ। ਕੱਲ ਇਹਨਾਂ ਨੇ ਆਪਣੇ ਇੱਕ ਮਿਨਿਸਟਰ ਨੂੰ ਕਰਪਸ਼ਨ ਚਾਰजेस ਦੇ ਉੱਤੇ ਪਹਿਲਾਂ ਡਿਸਮਿਸ ਕੀਤਾ, ਫਿਰ ਅਰੈਸਟ ਕੀਤਾ। ਅਸੀਂ ਉਹਦਾ ਸਵਾਗਤ ਕੀਤਾ ਕਿ ਇਹ ਅੱਛਾ ਕਦਮ ਹੈ, ਇੱਕ ਵੱਡੇ ਪੱਧਰ ਦੇ ਉੱਤੇ ਕਰਪਸ਼ਨ ਇਨ ਹਾਈ ਪਲੇਸਿਸ ਨੂੰ ਚੈੱਕ ਕਰਨ ਵਾਸਤੇ ਅੱਛਾ ਕਦਮ ਗਿਣਿਆ ਗਿਆ ਵਾ। ਪਰ ਇਹਦੇ ਨਾਲ ਮੈਂ ਮੰਗਣਾ ਚਾਹੁੰਦਾ, ਕਹਿਣਾ ਚਾਹੁੰਦਾ ਕਿ ਜਿੱਦਾਂ ਜੋ ਪਤਾ ਲੱਗਿਆ ਕਿ ਇਹਦੀ ਆਡੀਓ ਰਿਕਾਰਡਿੰਗ ਹੈ। ਵੈਸੇ ਫਰਸਟ ਥਿੰਗ ਲੈਟ ਆਈ ਐਮ ਨਾਟ ਗੋਇੰਗ ਟੂ ਐਨੀਬਡੀਜ਼ ਡਿਫੈਂਸ ਮਾਈਂਡ ਯੂ, ਬਟ ਆਈ ਐਮ ਅ ਲਿਟਲ ਅਪੋਲਡ ਐਂਡ ਸਰਪ੍ਰਾਈਜ਼ਡ ਕਿ ਕੀ ਪੀਸੀ ਐਕਟ ਜਿਹੜਾ ਕਰਪਸ਼ਨ ਐਕਟ ਆ ਉਹ ਸਿਰਫ ਆਡੀਓ ਰਿਕਾਰਡਿੰਗ 'ਤੇ ਅਰੈਸਟ ਹੋ ਸਕਦਾ ਆਦਮੀ? ਕਿਉਂਕਿ ਪੀਸੀ ਐਕਟ ਕਹਿੰਦਾ ਵਾ ਕਿ ਟ੍ਰਾਂਜੈਕਸ਼ਨ ਜ਼ਰੂਰੀ ਆ। ਜਦੋਂ ਵਿਜੀਲੈਂਸ ਬਿਊਰੋ ਕਿਸੇ ਨੂੰ ਅਰੈਸਟ ਕਰਦੀ ਆ ਤਾਂ ਉਹ ਬਕਾਇਦਾ ਤੌਰ ਤੇ ਨੋਟ ਹੁੰਦੇ ਨੇ ਉਹਨਾਂ ਦੇ ਉੱਤੇ, ਉਹ ਸਪੈਸ਼ਲ ਉਹਨਾਂ ਦੇ ਕੋਲ ਇੱਕ ਇੰਕ ਹੁੰਦੀ ਆ, ਉਹ ਪੈਸੇ ਫੜਾਏ ਜਾਂਦੇ ਨੇ, ਫਿਰ ਹੱਥ ਧਵਾਏ ਜਾਂਦੇ ਨੇ, ਐਵੀਡੈਂਸ ਕ੍ਰੀਏਟ ਕੀਤਾ ਜਾਂਦਾ ਕਿ ਇਸ ਅਫਸਰ ਨੇ 10 ਲੱਖ ਰੁਪਈਆ ਫਲਾਣੇ ਕੰਮ ਦੇ ਵਾਸਤੇ ਰਿਸ਼ਵਤ ਲਈ ਆ। ਪਰ ਇਸ ਕੇਸ ਵਿੱਚ ਇਹ ਕਿਹਾ ਗਿਆ ਕਿ ਇੱਕ ਆਡੀਓ ਰਿਕਾਰਡਿੰਗ ਆਈ, ਮਿਨਿਸਟਰ ਨੂੰ ਸੁਣਾਈ, ਮਿਨਿਸਟਰ ਨੇ ਗੁਨਾਹ ਕਬੂਲ ਕਰ ਲਿਆ ਤੇ ਅਸੀਂ ਉਸ ਨੂੰ ਡਿਸਮਿਸ ਕਰ ਦਿੱਤਾ। ਇਹ ਤਾਂ ਹੁਣ ਇਹ ਸਰਕਾਰ ਜਾਂ ਇਹਦੀ ਪ੍ਰੋਸੀਕਿਊਸ਼ਨ ਦੱਸੇਗੀ ਕਿ ਇਸ ਕੇਸ ਨੂੰ ਕਿੱਦਾਂ ਸਸਟੇਨ ਕਰਨਗੇ, ਬਿਕੋਜ਼ ਅਲਟੀਮੇਟਲੀ ਇਨ ਦ ਕੋਰਟ ਆਫ ਲਾਅ there has to be substantial evidence of corruption to be taken and corruption to be given। ਲੇਕਿਨ ਉਹਨੂੰ ਵੀ ਪਾਸੇ ਕਰ ਦਿਓ। ਸਾਡਾ ਕਹਿਣਾ ਵਾ ਕਿ ਹੁਣ ਜੇ ਤੁਸੀਂ ਵਾਕਈ ਟਰਾਂਸਪੇਰੈਂਟਲੀ ਕਰ ਰਹੇ ਸਾਰਾ ਕੁਝ, ਅਗਰ ਟਰਾਂਸਪੇਰੈਂਟ ਤਰੀਕੇ ਨਾਲ ਮਿਨਿਸਟਰ ਦੇ ਖਿਲਾਫ ਐਕਸ਼ਨ ਹੋਇਆ ਤੇ ਆਡੀਓ ਰਿਕਾਰਡਿੰਗ ਇੱਕ ਆਧਾਰ ਬਣਾਈ, ਉਹ ਜਨਤਕ ਹੋਣੀ ਚਾਹੀਦੀ ਆ ਫਿਰ। ਕਿਉਂਕਿ ਛੋਟੇਪੁਰ ਦੇ ਖਿਲਾਫ ਵੀ ਇਹੀ ਇਲਜ਼ਾਮ ਲਾਇਆ ਸੀਗਾ 2 ਲੱਖ ਰੁਪਏ ਦਾ 2016 ਦੇ ਵਿੱਚ ਕਿ ਛੋਟੇਪੁਰ ਨੇ 2 ਲੱਖ ਰੁਪਈਆ ਇੱਕ ਰਿਸ਼ਵਤ ਲਈ ਆ ਕਿਸੇ ਆਦਮੀ ਤੋਂ ਟਿਕਟ ਦੇ ਵਾਸਤੇ ਜਾਂ ਪਤਾ ਨਹੀਂ ਕਿ ਕਾਹਦੇ ਵਾਸਤੇ, ਔਰ ਸਟਿੰਗ ਸਾਡੇ ਕੋਲ ਆ। ਉਹ ਸਟਿੰਗ ਕਿਸੇ ਨੂੰ ਦਿਖਾਇਆ ਗਿਆ? ਅੱਜ ਤੇ ਪੁੱਛੋ, ਦੱਸੋ ਜ਼ਰਾ, ਤੁਹਾਨੂੰ ਕਿਸੇ ਨੂੰ ਸਟਿੰਗ ਦਿਖਾਇਆ? ਉਹ ਸਟਿੰਗ ਅੱਜ ਤੱਕ ਨਹੀਂ ਦਿਖਾਇਆ। ਬੰਦਾ ਰਗੜ ਦਿੱਤਾ, ਉਹਦਾ ਪੋਲੀਟੀਕਲ ਕੈਰੀਅਰ ਡੈਮੇਜ ਕੀਤਾ। ਤੇ ਕਿਤੇ ਇਹ ਕਾਰਵਾਈ ਮਹਿਜ਼ ਓਰਲ ਤਾਂ ਨਹੀਂ ਹੈ? ਕਿਉਂਕਿ ਅਫਸਰ ਤਾਂ ਇਹਨਾਂ ਦੇ ਹੀ ਨੇ। ਜਿਹੜਾ ਐਸਸੀ ਆ, ਜਿਹੜਾ ਵੀ ਕੰਪਲੇਨੈਂਟ ਹੈ ਕੋਈ ਆਦਮੀ, ਉਹ ਤਾਂ ਗਵਰਨਮੈਂਟ ਸਰਵੈਂਟ ਹੀ ਹੈ। ਉਹਦਾ ਜੋ ਸਰਕਾਰ ਕਹੂਗਾ ਤਾਂ ਬੋਲੂਗਾ। ਬਟ ਆਈ ਐਮ ਸ਼ੋਰ ਕਿ ਇਹਨਾਂ ਕੋਲ ਆਡੀਓ ਹੈਗੀ ਆ, ਤੇ ਉਹ ਆਡੀਓ ਜਿਹੜੀ ਆ ਪਬਲਿਕ ਡੋਮੇਨ 'ਚ ਆਉਣੀ ਚਾਹੀਦੀ ਆ, ਕਿਉਂਕਿ ਉਹ ਵੈਸੇ ਵੀ ਇਟ ਵਿਲ ਬੀ ਪਾਰਟ ਆਫ ਦ ਕੇਸ। ਉਹਨੂੰ ਪਬਲਿਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਹੀ ਮਾਇਨਿਆਂ ਵਿੱਚ ਭ੍ਰਿਸ਼ਟਾਚਾਰ ਜਿਹੜਾ ਉਹ ਕਿਸ ਲੈਵਲ 'ਤੇ ਹੋਇਆ। ਕਿਉਂਕਿ ਇਹਨਾਂ ਦੇ ਮੁਤਾਬਕ ਹੀ ਹਲੇ ਪੈਸਾ ਮੰਗਦੇ ਸੀਗੇ, ਲਿਆ ਨਹੀਂ ਸੀਗਾ। ਸੋ ਦੂਸਰਾ ਕਿ ਅਗਰ ਤੁਸੀਂ ਵਾਕਈ ਮੋਰੈਲਿਟੀ ਨੂੰ ਇੰਨਾ ਅਪਹੋਲਡ ਕਰ ਰਹੇ ਹੋ, ਇੰਨੇ ਹਾਈ ਪੈਡੈਸਟਲ 'ਤੇ ਰੱਖਿਆ, ਤਾਂ ਫਿਰ 3 ਬੰਦਿਆਂ ਦੇ ਖਿਲਾਫ ਵੀ ਕਾਰਵਾਈ ਹੋਰ ਬਣਦੀ ਆ। ਇੱਕ ਬਲਬੀਰ ਸਿੰਘ ਕਨਵਿਕਟ ਹੋਇਆ ਫॉर 3 ਇਅਰਸ, ਹਲੇ ਤੱਕ ਉਹਨੂੰ ਕੋਈ ਰਿਲੀਫ ਨਹੀਂ ਮਿਲੀ ਫਰੋਮ ਦੀ ਹਾਇਰ ਕੋਰਟ। ਕਿ ਉਸ ਨੂੰ ਸਸਪੈਂਡ ਕੀਤਾ ਇਹਨਾਂ ਨੇ ਪਾਰਟੀ 'ਚੋਂ, ਜਾਂ ਡਿਸਕੁਆਲੀਫਾਈ ਕੀਤਾ, ਜਾਂ ਉਹਨੂੰ ਡਿਸਮਿਸ ਕੀਤਾ ਫਰੋਮ ਦ ਪਾਰਟੀ? ਦੇ ਹੈਵ ਨਾਟ ਡਨ ਇਟ। ਉਹਨੂੰ ਉਹ ਪ੍ਰੋਟੈਕਟ ਕੀਤਾ ਜਾ ਰਿਹਾ ਵਾ। ਦੂਸਰਾ ਇੱਕ ਪੁੱਚੋ ਦਾ ਜਗਸੀਰ ਸਿੰਘ ਐਮਐਲਏ ਸੀਗਾ, ਉਹਦੇ 'ਤੇ ਲੋਕਾਂ ਨੇ, ਟਰੱਕਾਂ ਵਾਲਿਆਂ ਨੇ ਫੁੱਲ ਪਬਲਿਕ ਵਿਊ 'ਚ ਕਿਹਾ ਕਿ ਇਹਨੇ 60 ਲੱਖ ਰੁਪਇਆ ਸਾਡੇ ਤੋਂ ਮੰਗਦਾ, ਟਰੱਕ ਯੂਨੀਅਨ, ਸ਼ਾਇਦ ਪੁੱਚੋ ਟਰੱਕ ਯੂਨੀਅਨ ਤੋਂ ਜਾਂ ਮੋੜ ਟਰੱਕ ਯੂਨੀਅਨ ਤੋਂ, ਪੁੱਛੋ। ਉਹਦੇ ਖਿਲਾਫ ਕੀ ਇਨਕੁਆਇਰੀ ਹੋਈ? ਕੋਈ ਐਕਸ਼ਨ ਹੋਇਆ? ਨੋ। ਤੀਸਰਾ ਜੈ ਕਿਸ਼ਨ ਰੋੜੀ ਐਮਐਲਏ ਗੜਸ਼ੰਕਰ, ਜਗਬਾਣੀ ਅਖਬਾਰ 'ਚ ਮੈਂ ਖਬਰ ਪੜ੍ਹ ਕੇ ਉਸ ਖਬਰ ਨੂੰ ਨਾਲ ਅਟੈਚ ਕਰਕੇ ਭਗਵੰਤ ਮਾਨ ਨੂੰ ਟੈਗ ਕਰਕੇ ਟਵੀਟ ਕੀਤਾ ਕਿ ਇਸ ਐਮਐਲਏ 'ਤੇ ਇਲਜ਼ਾਮ ਹੈ ਕਿ ਇਹਨੇ ਇੱਕ ਮੰਡੀ ਬੋਰਡ ਦੇ ਮੁਲਾਜ਼ਮ ਦੀ ਬਦਲੀ ਵਿੱਚ 5 ਲੱਖ ਰੁਪਈਆ ਲਿਆ। ਉਹਦੇ ਖਿਲਾਫ ਕੋਈ ਜਾਂਚ ਨਹੀਂ ਹੋਈ, ਕੋਈ ਇਨਕੁਆਇਰੀ ਨਹੀਂ ਹੋਈ। ਸੋ ਕੀ ਕਰਪਸ਼ਨ ਦੇ ਖਿਲਾਫ ਐਕਸ਼ਨ ਸਿਲੈਕਟਿਵ ਹੋਵੇਗਾ, ਚੁਣਵਾ ਹੋਵੇਗਾ ਕਿ ਇਹਨੂੰ ਰੱਖਣਾ, ਇਹਨੂੰ ਟੋਕਣਾ, ਇਹਨੂੰ ਠੋਕਣਾ, ਇਹਨੂੰ ਬਚਾਉਣਾ, ਕਿ ਇਕਸਾਰ ਹੋਵੇਗਾ? ਅਗਰ ਇਕਸਾਰ ਹੋਵੇਗਾ ਉਹਦਾ ਅਸੀਂ ਸਵਾਗਤ ਕਰਾਂਗੇ, ਲੇਕਿਨ ਜੇ ਸਿਲੈਕਟਿਵ ਹੋਵੇਗਾ ਤਾਂ ਫਿਰ ਸਰਕਾਰ ਨੂੰ ਅਸੀਂ ਘੇਰਾਂਗੇ। ਮਾਈਨਿੰਗ ਮਾਫੀਆ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਅੱਜ ਜਾ ਕੇ ਚੈੱਕ ਕਰ ਲਓ, ਰੋਪੜ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਤੇ ਪਠਾਨਕੋਟ, ਸਾਰੇ ਕ੍ਰਸ਼ਰਸ ਦੁਬਾਰਾ ਗੁੰਡਾ ਟੈਕਸ ਲੱਗ ਚੁੱਕਾ ਵਾ। ਮੇਰੇ ਕੋਲ ਪਰਚੀ ਮੈਂ ਟਵੀਟ ਕੀਤੀ, ਤੁਹਾਡੇ ਪੱਕਾ ਹੋਊਗੀ ਤੁਹਾਡੇ ਕੋਲ ਟਵੀਟ ਦੇ ਉੱਤੇ। ਸਾਡੀ ਇੱਕ ਸੈਕਟਰੀ ਆ ਲੜਕੀ, ਲੇਡੀ ਟੀਨਾ ਚੌਧਰੀ ਪਠਾਨਕੋਟ ਦੀ, ਉਹਨੇ ਸਿਰਫ ਇਹ ਗੁਨਾਹ ਕੀਤਾ ਕਿ ਗੁੰਡਾ ਟੈਕਸ ਵਾਲਿਆਂ ਦੇ ਜਾ ਕੇ ਅੱਡੇ 'ਤੇ ਲਾਈਵ ਕਰਤਾ ਤੇ ਗੁੰਡਾ ਟੈਕਸ ਦੀ ਪਰਚੀ ਆਪਣੇ ਹੱਥ 'ਚ ਫੜ ਕੇ ਦਿਖਾ ਦਿੱਤੀ। ਉਹਦੇ 'ਤੇ ਉਲਟਾ FIR ਦਰਜ ਕਰਤੀ ਪੰਜਾਬ ਪੁਲਿਸ ਨੇ। ਵਿਸਲ ਬਲੋਅਰ 'ਤੇ ਜਿਹੜਾ ਆਦਮੀ ਆਵਾਜ਼ ਉਠਾ ਰਿਹਾ ਲੋਕਾਂ ਦੀ, ਮਾਈਨਿੰਗ ਮਾਫੀਆ ਨੂੰ ਨੰਗਾ ਕਰ ਰਿਹਾ, ਉਹਦੇ 'ਤੇ ਪਰਚਾ ਦਰਜ ਕਰਤਾ FIR।
ਕੀ ਇਹ ਇਨਸਾਫ ਪਸੰਦੀ ਦਾ ਰਾਜ ਹੈਗਾ ਜੀ? ਉਹ ਗੁੰਡਾ ਟੈਕਸ ਮੈਂ ਕਹਿਣਾ ਚਾਹੁੰਦਾ ਵਾਂ ਜਿਹੜਾ ਪਹਿਲਾਂ ਚੱਲਦਾ ਸੀ, ਪਿਛਲੇ ਸਰਕਾਰਾਂ ਚੱਲਦਾ ਸੀਗਾ, ਉਹ ਗੁੰਡਾ ਟੈਕਸ ਦੁਬਾਰਾ ਲਾਗੂ ਹੋਣਾ ਸ਼ੁਰੂ ਹੋ ਗਿਆ। ਆਨੰਦਪੁਰ, ਰੋਪੜ, ਆਨੰਦਪੁਰ ਸਾਰੇ ਜ਼ਿਲ੍ਹੇ 'ਚ, ਹੁਸ਼ਿਆਰਪੁਰ ਤੇ ਪਠਾਨਕੋਟ ਇਹ ਮੋਡਸ ਆਪਰੈਂਡੀ ਇਹ ਆ ਕਿ ਜਿਹੜੇ ਕ੍ਰਸ਼ਰ ਵਾਲੇ ਨੇ ਨਾ, ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਦੱਸ ਕੇ ਫਿਰ ਮੈਂ ਖਤਮ ਕਰ ਦਿੰਦਾ। ਜਿਹੜੇ ਕ੍ਰਸ਼ਰਸ ਵਾਲੇ ਨੇ ਨਾ, ਇਹਨਾਂ ਦਾ ਸੋਰਸ ਜਿਹੜਾ ਵਾ ਨਾ ਕ੍ਰਸ਼ਿੰਗ ਦਾ ਤੇ ਕੰਸਟਰਕਸ਼ਨ ਮਟੀਰੀਅਲ ਦਾ, ਉਹ ਸਿਰਫ ਤੇ ਸਿਰਫ ਜਿਹੜਾ ਕਲਸਟਰ ਹੋਲਡਰ ਆ ਮਾਈਨਿੰਗ, ਜਿਹਦੇ ਕੋਲ ਮਾਈਨਿੰਗ ਦਾ ਸਾਈਟ ਅਲਾਟ ਹੋਈ ਸਰਕਾਰ ਦੀ, ਇਹ ਉਹਦੇ ਤੋਂ ਮਾਲ ਲੈ ਸਕਦਾ ਸਿਰਫ। ਇਹ ਕਿਸੇ ਹੋਰ ਤੋਂ ਮਾਲ ਨਹੀਂ ਲੈ ਸਕਦਾ ਕ੍ਰਸ਼ਰ ਵਾਲਾ। ਦੀ ਕੈਨ ਨਾਟ ਜਸਟ ਰੈਂਡਮਲੀ ਗੋ ਕੇ ਇਧਰੋਂ ਪੁੱਟ ਲਿਆ ਦਰਿਆ 'ਚੋਂ, ਇਧਰੋਂ ਪੁੱਟ ਲਿਆ ਸੀ ਰੇਤਾ ਬਜਰੀ ਤੇ ਜਿਹੜਾ ਪੱਥਰ ਹੁੰਦਾ ਵਾ। ਇਹਨਾਂ ਨੇ ਸਿਰਫ ਉਹਨਾਂ ਤੋਂ ਲੈਣਾ ਜਿਹੜੇ, ਜਿੱਦਾਂ ਪੰਜਾਬ ਵਿੱਚ ਪਤਾ ਨਹੀਂ 9 ਕਲਸਟਰ ਸੀਗੇ, ਜਿਹਦੇ 'ਚ ਰਾਕੇਸ਼ ਚੌਧਰੀ ਜੰਮੂ ਦਾ ਉਹੀ ਠੇਕੇਦਾਰ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੇਲੇ ਇਲਜ਼ਾਮ ਲਾਉਂਦੇ ਸੀ, ਉਹੀ ਬੰਦਾ ਵਾ। ਉਹਦੀ ਪਹਿਲਾਂ ਸਸਪੈਂਡ ਕੀਤਾ ਆਪਰੇਸ਼ਨ ਥੋੜੀ ਦੇਰ ਵਾਸਤੇ, ਹੁਣ ਰਾਕੇਸ਼ ਚੌਧਰੀ ਦੇ ਆਪਰੇਸ਼ਨ ਦੁਬਾਰਾ ਬਹਾਲ ਕਰਤੇ ਸਾਰੇ ਰੋਪੜ, ਤੇ ਇਹਦੇ ਨਾਲ ਹੋਰ ਵੀ ਜਿਹੜਾ ਗੈਂਗ ਹੈਗਾ ਸਾਰਾ ਉਹ ਇਹਨਾਂ ਦੇ ਕੋਲ ਹੀ ਆ। ਕ੍ਰਸ਼ਰ ਵਾਲਿਆਂ ਨੇ ਕਿਉਂਕਿ ਸੋਰਸ ਤੋਂ ਮਟੀਰੀਅਲ ਲੈਣਾ ਹੁੰਦਾ, ਉਹਨਾਂ ਤੇ ਸਰਕਾਰ ਦਾ ਡਾਇਰੈਕਟਲੀ ਦਬਾਅ ਹੁੰਦਾ ਵਾ, ਤੇ ਸਰਕਾਰ ਉਹਨਾਂ ਦਾ ਜਦੋਂ ਮਰਜ਼ੀ ਫੜ ਕੇ ਚਲਾਨ ਕਰ ਸਕਦੀ ਆ। ਤੇ ਹੋਇਆ ਕੀ ਆ ਹੁਣ ਲੇਟੈਸਟ ਕਿ ਸ਼ਾਇਦ 450 ਕ੍ਰਸ਼ਰ ਆ ਪੰਜਾਬ ਦੇ ਵਿੱਚ, ਇਹਦੇ ਚੋਂ ਘੱਟੋ ਘੱਟ ਨਹੀਂ ਤਾਂ 90% ਕ੍ਰਸ਼ਰਸ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ PPCB ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਕੱਢ ਕੇ ਇਹਨਾਂ ਦੀਆਂ ਜਿਹੜੀਆਂ ਅਪਰੂਵਲ ਸੀ ਨਾ ਪੋਲਿਊਸ਼ਨ ਕੰਟਰੋਲ ਦੀਆਂ, ਸਾਰੀਆਂ ਰੱਦ ਕਰਤੀਆਂ। ਤੇ ਕਿਉਂਕਿ ਤੁਸੀਂ ਪਹਿਲਾਂ ਸਾਨੂੰ ਦੱਸੋ ਕਿ ਤੁਸੀਂ ਸੋਰਸ ਤੋਂ ਲੈ ਰਹੇ ਹੋ ਮਟੀਰੀਅਲ, ਹੁਣ ਸੋਰਸ ਤੇ ਲੈਣ ਵਾਸਤੇ ਰਾਕੇਸ਼ ਚੌਧਰੀ ਕੋ ਸਾਰਿਆਂ ਨੂੰ ਜਾਣਾ ਪਿਆ ਕਿ ਭਾਈ ਸਾਹਿਬ ਸਾਨੂੰ ਤੁਸੀਂ ਇੱਕ ਸਰਟੀਫਿਕੇਟ ਦੇ ਦਿਓ ਕਿ ਮਾਲ ਤੁਹਾਡੇ ਤੋਂ ਲੈ ਰਹੇ ਆ। ਰਾਕੇਸ਼ ਚੌਧਰੀ ਨੇ ਕਿਹਾ ਤੁਹਾਨੂੰ ਦੇ ਦਿੰਦੇ ਆ, ਪਰ ਅਨਆਫੀਸ਼ੀਅਲੀ ਹਰ ਕ੍ਰਸ਼ਰ ਵਾਲੇ ਤੋਂ ਕਿਸੇ ਤੋਂ 5 ਲੱਖ, ਕਿਸੇ ਤੋਂ 8 ਲੱਖ, ਕਿਸੇ ਤੋਂ 10 ਲੱਖ ਲਿਆ ਜਾ ਰਿਹਾ ਸਾਰੇ ਪੰਜਾਬ ਦੇ ਕ੍ਰਸ਼ਰ ਵਾਲਿਆਂ ਤੋਂ। ਤੇ ਫਿਰ ਉਹਨਾਂ ਨੂੰ ਉਹ ਕਿਹਾ ਇੱਕ ਸਰਟੀਫਿਕੇਟ ਲਿਖ ਕੇ ਦਿੰਦਾ, ਯੈਸ ਇਹ ਕ੍ਰਸ਼ਰ ਜਿਹੜਾ ਵਾ ਇਹ ਮਟੀਰੀਅਲ ਕੰਸਟਰਕਸ਼ਨ ਦਾ ਕ੍ਰਸ਼ਿੰਗ ਵਾਸਤੇ ਸਾਡੇ ਸੋਰਸ ਤੋਂ ਖਰੀਦਿਆ ਜਾ ਰਿਹਾ ਵਾ। ਦਿਸ ਇਜ਼ ਦਾ ਮਾਫੀਆ ਜਿਹੜਾ ਹੁਣ ਦੁਬਾਰਾ ਰੀਇੰਟਰੋਡਿਊਸ ਕਹਿ ਰਿਹਾ, ਮੈਂ ਇੰਟਰੋਡਿਊਸ ਨਹੀਂ ਕਹਿ ਰਿਹਾ, ਰੀਇੰਟਰੋਡਿਊਸ ਦੁਬਾਰਾ ਹੋ ਗਿਆ। ਐਂਡ ਗੁੰਡਾ ਟੈਕਸ ਇਜ਼ ਵੈਰੀ ਮਚ ਪ੍ਰੈਵਲੈਂਟ ਇਨ ਪੰਜਾਬ। ਜੇ ਰਾਕੇਸ਼ ਚੌਧਰੀ ਦੀ ਖੱਡ ਸਸਪੈਂਡ ਕੀਤੀ ਸੀ, ਉਹਦੇ 'ਚ ਇੰਨੀ ਸ਼ਕਤੀ ਨਹੀਂ ਸੀ ਕਿ 90% ਪੰਜਾਬ ਦੇ ਕ੍ਰਸ਼ਰ ਹੋਲਡਰਸ ਨੂੰ ਜਿਹੜੀਆਂ ਪੋਲਿਊਸ਼ਨ ਕੰਟਰੋਲ ਦੀਆਂ ਅਪਰੂਵਲਸ ਆ ਉਹ ਇੱਕੋ ਦਿਨ 'ਚ ਰੱਦ ਕਰਾ ਦੇਵੇ। ਤੁਸੀਂ ਆਪ ਪਲੀਜ਼ ਫਾਈਂਡ ਆਊਟ ਫਰੋਮ ਪੋਲਿਊਸ਼ਨ ਕੰਟਰੋਲ ਬੋਰਡ ਕਿ ਤੁਸੀਂ ਕਿੰਨੇ ਕ੍ਰਸ਼ਰਸ ਨੂੰ ਨੋਟਿਸ ਦਿੱਤੇ ਨੇ ਕਿ ਤੁਹਾਡੀਆਂ ਪੋਲਿਊਸ਼ਨ ਦੀਆਂ ਜਿਹੜੀਆਂ NOCs ਨੇ ਰੱਦ ਕਰ ਦਿੱਤੇ ਨੇ। ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਵਾਟ ਹੈਜ਼ ਹੈਪਨਡ। ਉਹਨਾਂ ਸਾਰਿਆਂ ਦੀਆਂ ਮੁੜ ਕੇ ਪੋਲਿਊਸ਼ਨ, ਜਦੋਂ ਰਾਕੇਸ਼ ਚੌਧਰੀ ਪੈਸੇ ਲੈ ਲੈਂਦਾ ਗੁੰਡਾ ਟੈਕਸ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਈ ਗੁੰਡਾ ਟੈਕਸ ਅੱਗੇ ਕਿੱਥੇ ਜਾਂਦਾ, ਮੇਰੇ ਤੋਂ ਨਾ ਕਹਵਾਓ ਕਿਉਂਕਿ ਫਿਰ ਬਹੁਤ ਕਲਪਣਗੇ ਸਾਰੇ ਇਹ। ਉਹ ਗੁੰਡਾ ਟੈਕਸ ਕਿੱਥੇ ਜਾਂਦਾ ਵਾ, ਉਹ ਸਿੰਗਲਾ ਸਾਹਿਬ ਵਰਗੇ ਕਿਸੇ ਕੋ ਜਾਂਦਾ ਵਾ। ਤੇ ਹੁਣ ਮਾਨ ਸਾਹਿਬ ਕੋ ਜੇ ਹਿੰਮਤ ਹੈਗੀ ਤੇ ਇਹ ਵੀ ਇਨਕੁਆਇਰੀ ਕਰਾ ਲੈਣ ਚੰਗੀ ਤਰ੍ਹਾਂ ਨਾਲ, ਕਿਉਂਕਿ ਇੰਨੇ ਵੱਡੇ ਪੱਧਰ ਤੇ ਜਦੋਂ ਪੋਲਿਊਸ਼ਨ ਕਲੀਅਰੈਂਸਿਸ ਇੱਕੋ ਦਮ ਚ ਰੱਦ ਹੁੰਦੀਆਂ ਤੇ ਫਿਰ ਇੱਕੋ ਦਮ ਬਹਾਲ ਹੁੰਦੀਆਂ, ਇਹਦਾ ਮਤਲਬ ਹੈ ਕਿ ਉਧਰਲੇ ਪਾਸੇ ਗੁੰਡਾ ਟੈਕਸ ਦੀ ਅਦਾਇਗੀ ਹੋ ਚੁੱਕੀ ਤੇ ਪਰਚੀਆਂ ਸਾਹਮਣੇ ਪਬਲਿਕ ਡੋਮੇਨ 'ਚ ਆ ਚੁੱਕੀਆਂ।